ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਆਦਿ ਪੁਰਖ ਅਵਗਤ ਅਵਿਨਾਸੀ। ਖਾਲਸਾ ਜੀ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪ੍ਰਮਾਤਮਾ ਦੀ ਉਸਤਤ ਬਾਰੇ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤੋ ਸਲਾਹ ਦੇ ਬਾਰੇ 4 ਸ਼ਬਦਾਂ ਦੀ ਵਰਤੋਂ ਕੀਤੀ। ਸਭ ਤੋਂ ਪਹਿਲਾ ਸ਼ਬਦ ਧੰਨ ਸਤਿਗੁਰਾਂ ਨੇ ਵਰਤਿਆ ਕਿ ਆਦਿ, ਦੂਸਰਾ ਸ਼ਬਦ ਮਹਾਰਾਜ ਨੇ ਵਰਤਿਆ ਪੁਰਖ, ਤੀਸਰਾ ਸ਼ਬਦ ਸਤਿਗੁਰਾਂ ਨੇ ਵਰਤਿਆ ਅਵਗਤ ਤੇ ਚੌਥਾ ਸ਼ਬਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਆ ਅਵਿਨਾਸੀ। ਸਤਿਗੁਰੂ ਕਹਿੰਦੇ ਕਿ ਜਿਸ ਅਕਾਲ ਦੀ ਉਸਤਤ ਕਰ ਰਹੇ ਹਾਂ, ਜਿਸ ਪਰਮਾਤਮਾ ਦੀ ਉਸਤਤ ਕਰ ਰਹੇ ਹਾਂ, ਜਿਹਦੇ ਗੀਤ ਗਾ ਰਹੇ ਹਾਂ, ਜਿਹਨੂੰ ਰੋਜ਼ ਜਪਣ ਦਾ ਯਤਨ ਕਰ ਰਹੇ ਹਾਂ, ਜਿਹਦੇ ਵਿੱਚ ਲੀਨ ਹੋਣ ਦਾ ਯਤਨ ਕਰ ਰਹੇ ਹਾਂ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਰਿਆਂ ਦਾ ਆਦਿ ਹੈ, ਸਾਰਿਆਂ ਦਾ ਮੁੱਢ ਹੈ। ਆਦਿ ਤੋਂ ਭਾਵ ਮੁੱਢ, ਤੇ ਮੁੱਢ ਭਾਵ ਕਰਤਾ ਹੈ, ਕਿਉਂਕਿ ਕਿਸੇ ਚੀਜ਼ ਦਾ ਮੁੱਢ ਉਹੀ ਹੁੰਦਾ ਜਿਹਨੇ ਕਿਸੇ ਚੀਜ਼ ਨੂੰ ਸਾਜਿਆ ਹੋਵੇ। ਸੋ ਇਸ ਸੰਸਾਰ ਦਾ ਆਦਿ ਜੇਕਰ ਕਿਸੇ ਨੂੰ ਕਿਹਾ ਗਿਆ ਤੇ ਕੇਵਲ ਪਰਮਾਤਮਾ ਨੂੰ ਕਿਹਾ ਗਿਆ, ਕਿਉਂਕਿ ਪਰਮਾਤਮਾ ਨੇ ਹੀ ਸਾਰੀ ਰਚਨਾ ਰਚੀ ਹੈ, ਪਰਮਾਤਮਾ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਪਹਿਲਾ ਸ਼ਬਦ ਸਤਿਗੁਰਾਂ ਨੇ ਵਰਤਿਆ ਆਦਿ, ਦੂਸਰਾ ਸ਼ਬਦ ਵਰਤਿਆ ਪੁਰਖ। ਪੁਰਖ ਤੋਂ 2 ਭਾਵ ਨੇ, ਇੱਕ ਤਾਂ ਇਹ ਕਿ ਸੰਸਾਰ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਪ੍ਰਥਮ ਪੁਰਖ ਹੈ ਪਰਮਾਤਮਾ, ਤੇ ਬਾਕੀ ਸਭ ਜੀਵ ਰੂਪੀ ਇਸਤਰੀਆਂ ਨੇ, ਤੇ ਇਹਨਾਂ ਜੀਵ ਰੂਪੀ ਇਸਤਰੀਆਂ ਨੇ ਆਪਣੇ ਪਰਮਾਤਮਾ ਰੂਪੀ ਕੰਤ ਨੂੰ, ਉਸ ਪਰਮੇਸ਼ਰ ਨੂੰ ਰਿਝਾਉਣਾ ਹੈ, ਉਸ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਔਰ ਦੂਸਰਾ ਪੁਰਖ ਦਾ ਜਿਹੜਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਖਾਲਸਾ ਜੀ ਕਿ ਪੁਰ ਤੋਂ ਭਾਵ ਪੁਰੀਆਂ। ਪੁਰੀਆਂ ਜਿਵੇਂ ਕਿ ਆਪਾਂ ਨਗਰ ਕਹਿ ਦਿੰਦੇ ਹਾਂ, ਲੋਕ ਕਹਿ ਦਿੰਦੇ ਹਾਂ। ਸਤਿਗੁਰੂ ਕਹਿੰਦੇ ਜਿੰਨੀਆਂ ਵੀ ਸੰਸਾਰ 'ਤੇ ਪੁਰੀਆਂ ਨੇ, ਜਿੰਨੇ ਵੀ ਨਗਰ ਨੇ, ਜਿੰਨੇ ਵੀ ਇਲਾਕੇ ਨੇ, ਇਹ ਸਾਰੇ ਉਸ ਪਰਮਾਤਮਾ ਦੇ ਸਾਜੇ ਹੋਏ ਨੇ। ਔਰ ਖ ਤੋਂ ਭਾਵ, ਕਿਉਂਕਿ 2 ਸ਼ਬਦ ਨੇ ਪੁਰ ਤੇ ਖ, ਸਤਿਗੁਰੂ ਕਹਿੰਦੇ ਜਿੰਨੀਆਂ ਵੀ ਪੁਰੀਆਂ ਨੇ ਸਾਰੀਆਂ ਪਰਮਾਤਮਾ ਨੇ ਸਾਜੀਆਂ, ਤੇ ਇਸ ਤਰ੍ਹਾਂ ਪੂਰੀਆਂ ਸਾਜੀਆਂ ਨੇ ਕਿ ਇਹਨਾਂ ਦੇ ਵਿੱਚ ਆਪ ਪਰਮਾਤਮਾ ਖਲੋ ਵੀ ਗਿਆ, ਭਾਵ ਵਸ ਵੀ ਗਿਆ, ਸਮਾ ਚੁੱਕਿਆ ਹੈ ਇਹਨਾਂ ਪੁਰੀਆਂ ਦੇ ਵਿੱਚ। ਜਿਵੇਂ ਕਿਸੇ ਨੇ ਘੜੇ ਦੀ ਰਚਨਾ ਕੀਤੀ ਹੋਵੇ, ਪਰ ਘੁਮਿਆਰ ਘੜੇ ਦੀ ਰਚਨਾ ਕਰਕੇ ਘੜੇ ਦੇ ਵਿੱਚ ਸਮਾ ਨਹੀਂ ਜਾਂਦਾ, ਬਲਕਿ ਘੜੇ ਨੂੰ ਰਚ ਕੇ ਵੇਚ ਕੇ ਪੈਸੇ ਵਟ ਕੇ ਉਹ ਘੜਾ ਕਿਸੇ ਦੇ ਘਰ ਪਹੁੰਚ ਜਾਂਦਾ ਹੈ। ਪਰ ਪਰਮਾਤਮਾ ਨੇ ਜਿਸ ਸੰਸਾਰ ਰੂਪੀ ਘੜੇ ਦੀ ਰਚਨਾ ਕੀਤੀ ਹੈ, ਪਰਮਾਤਮਾ ਖੁਦ ਇਸ ਸੰਸਾਰ ਰੂਪੀ ਘੜੇ ਦੇ ਵਿੱਚ ਸਮਾਇਆ ਹੋਇਆ, ਪਰਮਾਤਮਾ ਖੁਦ ਰਮਿਆ ਹੋਇਆ। ਤੀਸਰਾ ਸ਼ਬਦ ਸਤਿਗੁਰਾਂ ਨੇ ਵਰਤਿਆ ਆਦਿ ਪੁਰਖ ਅਵਗਤ। ਅਵਗਤ ਤੋਂ ਭਾਵ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਉਸ ਪਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ, ਨਾ ਹੀ ਕੋਈ ਪਾ ਸਕਦਾ, ਕਿਉਂਕਿ ਅੰਤ ਉਹਦਾ ਪਾਇਆ ਜਾ ਸਕਦਾ ਜਿਹਦੀ ਜਨਮ ਦਾ ਪਤਾ ਹੋਵੇ, ਜਿਹਦੇ ਮਰਨ ਦਾ ਪਤਾ ਹੋਵੇ, ਜਿਹਦੇ ਸਥਾਨ ਦਾ ਪਤਾ ਹੋਵੇ, ਜਿਹਦੀ ਜਾਤ ਦਾ ਪਤਾ ਹੋਵੇ, ਵਰਨ ਦਾ ਪਤਾ ਹੋਵੇ। ਪਰ ਪਰਮਾਤਮਾ ਉਹ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿ ਨਜੇ, ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ। ਪਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ। ਚੌਥਾ ਸ਼ਬਦ ਸਤਿਗੁਰਾਂ ਨੇ ਵਰਤਿਆ ਅਵਿਨਾਸੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਸ਼ ਤੋਂ ਰਹਿਤ ਹੈ, ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਕੋਈ ਪਰਮਾਤਮਾ ਦਾ ਵਿਨਾਸ਼ ਨਹੀਂ ਕਰ ਸਕਦਾ। ਸਤਿਗੁਰਾਂ ਦੀ ਬਾਣੀ ਦੇ ਵਿੱਚ ਬਚਨ ਆਪਾਂ ਪੜ੍ਹਦੇ ਹਾਂ ਕਿ ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਪਰਮਾਤਮਾ ਦਾ ਕੋਈ ਵੀ ਨਾਸ਼ ਨਹੀਂ ਕਰ ਸਕਦਾ, ਪਰਮਾਤਮਾ ਦਾ ਕੋਈ ਖਾਤਮਾ ਨਹੀਂ ਕਰ ਸਕਦਾ। ਸੰਸਾਰ ਦੇ ਵਿੱਚ ਜਿਤਨੀਆਂ ਵੀ ਹਸਤੀਆਂ ਨੇ, ਇਹ ਹਸਤੀਆਂ ਮਿਟ ਜਾਣਗੀਆਂ, ਪਰ ਪਰਮਾਤਮਾ ਦੀ ਹਸਤੀ ਜੁਗੋ ਜੁਗ ਅਟਲ ਹੈ। ਖਾਲਸਾ ਜੀਓ, ਇਸੇ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਇਹ ਗੱਲ ਵੀ ਕਹੀ ਕਿ ਗੁਰੂ ਕਿਆ ਸਿੱਖਾ, ਐ ਇਨਸਾਨ ਤੂੰ ਜਦੋਂ ਸੰਸਾਰ ਦੇ ਵਿੱਚ ਵਿਚਰੇ ਭੁਲੇਖਾ ਨਾ ਖਾਵੀਂ ਕਿ ਤੇਰੀ ਕੋਈ ਹਸਤੀ ਹੈ, ਸੰਸਾਰ ਦੀ ਕੋਈ ਹੋਂਦ ਹੈ। ਨਹੀਂ, ਸੰਸਾਰ ਦੀ ਹੋਂਦ ਤੇ ਕੇਵਲ ਇੱਕ ਸੁਪਨੇ ਦੀ ਤਰ੍ਹਾਂ ਹੈ। ਜਦੋਂ ਤੱਕ ਤੂੰ ਸੋ ਰਿਹਾ ਹੈ, ਭਾਵ ਮੋਹ ਦੀ ਨੀਂਦ ਦੇ ਵਿੱਚ ਸੁੱਤਾ ਹੈ, ਉਦੋਂ ਤੱਕ ਇਹ ਸੰਸਾਰ ਦਾ ਸੁਪਨਾ ਬੜਾ ਸੋਹਣਾ ਨਜ਼ਰ ਆਵੇਗਾ। ਪਰ ਜਿਸ ਦਿਨ ਇਹ ਜੀਵਨ ਰੂਪੀ ਨੀਂਦ ਇਹ ਟੁੱਟ ਗਈ ਔਰ ਜਾਗ ਖੁੱਲ੍ਹ ਗਈ, ਤੇ ਸਭ ਖਤਮ ਹੋ ਜਾਵੇਗਾ, ਸੁਪਨਾ ਟੁੱਟ ਜਾਵੇਗਾ, ਸੰਸਾਰ ਖਤਮ ਹੋ ਜਾਵੇਗਾ, ਸੰਸਾਰ ਦੀ ਖੇਡ, ਸੰਸਾਰ ਦਾ ਜੀਵਨ ਖਤਮ ਹੋ ਜਾਵੇਗਾ।
मैं इतिहास ਦੇ ਵਿੱਚੋਂ ਇੱਕ ਘਟਨਾ ਆਪ ਜੀ ਦੇ ਸਨਮੁਖ ਰੱਖਾਂ। ਕਹਿੰਦੇ ਨੇ ਸਭਾ ਦੇ ਵਿੱਚ ਰਾਜਾ ਜਨਕ ਬੈਠਾ ਹੋਇਆ ਸੀ ਤੇ ਰਾਜਾ ਜਨਕ ਨੇ ਆਪਣੇ ਵਜ਼ੀਰਾਂ ਨੂੰ ਆਪਣੇ ਵਿਦਵਾਨਾਂ ਨੂੰ ਸਭਾ ਦੇ ਵਿੱਚ ਬੁਲਾਇਆ ਔਰ ਕਹਿਣ ਲੱਗਾ, ਰਾਜਾ ਜਨਕ ਕਿ ਮੇਰਾ ਇੱਕ ਸਵਾਲ ਹੈ, ਉਸ ਸਵਾਲ ਦਾ ਕੋਈ ਉੱਤਰ ਦਿਓ। ਵਜ਼ੀਰਾਂ ਨੇ ਵਿਦਵਾਨਾਂ ਨੇ ਪੁੱਛਿਆ, ਰਾਜਨ ਕੈਸਾ ਸਵਾਲ? ਰਾਜੇ ਜਨਕ ਨੇ ਕਿਹਾ, ਸਵਾਲ ਕੇਵਲ ਇਹ ਹੈ, ਉਹ ਸੱਚਾ ਸੀ ਕਿ ਇਹ ਸੱਚਾ ਹੈ। ਵਿਦਵਾਨ ਹੈਰਾਨ ਹੋ ਗਏ ਕਿ ਸਵਾਲ ਕਿੱਦਾਂ ਦਾ, ਉਹ ਸੱਚਾ ਸੀ ਕਿ ਇਹ ਸੱਚਾ ਹੈ। ਸੋ ਸਾਰਿਆਂ ਵਿਦਵਾਨਾਂ ਨੇ ਆਪਣੀਆਂ ਵਿਦਵਤਾ ਦੀ ਦਲੀਲਾਂ ਦੇ ਨਾਲ ਵੱਖੋ ਵੱਖਰੇ ਜਵਾਬ ਦਿੱਤੇ, ਪਰ ਰਾਜਾ ਜਨਕ ਦੀ ਸੰਤੁਸ਼ਟੀ ਨਾ ਹੋਈ। ਰਾਜਾ ਜਨਕ ਨੂੰ ਉਹ ਉੱਤਰ ਮਿਲਿਆ ਨਾ ਜਿਹੜਾ ਉਹ ਉੱਤਰ ਚਾਹੁੰਦਾ ਸੀ। ਹੁਣ ਰਾਜਾ ਜਨਕ ਵੀ ਪਰੇਸ਼ਾਨ, ਵਿਦਵਾਨ ਵੀ ਪਰੇਸ਼ਾਨ। ਰਾਜੇ ਨੂੰ ਜਵਾਬ ਨਹੀਂ ਮਿਲਿਆ ਤੇ ਵਿਦਵਾਨ ਇਸ ਕਰਕੇ ਪਰੇਸ਼ਾਨ ਕਿ ਉਹ ਜਵਾਬ ਦੇ ਨਹੀਂ ਸਕੇ, ਉਹ ਸੰਤੁਸ਼ਟੀ ਕਰ ਨਹੀਂ ਸਕੇ, ਦੋਵੇਂ ਪਰੇਸ਼ਾਨ ਹੋ ਗਏ। ਸੋ ਰਾਜੇ ਜਨਕ ਨੇ ਕਿਹਾ ਕਿ ਦੇਸ਼ ਭਰ ਦੇ ਵਿਦਵਾਨਾਂ ਨੂੰ ਕਿਹਾ ਜਾਵੇ ਕਿ ਕੋਈ ਇਸ ਪ੍ਰਸ਼ਨ ਦਾ ਜਵਾਬ ਦੇਵੇ। ਤਾਂ ਖਾਲਸਾ ਜੀ ਨਗਰ ਦੇ ਵਿੱਚ ਪਤਾ ਲੱਗਾ। ਕਹਿੰਦੇ ਨੇ ਇੱਕ ਦਿਨ ਇੱਕ ਨਿੱਕਾ ਜਿਹਾ ਬਾਲਕ, ਸਰੀਰ ਦੇ ਵਿੱਚ ਕੋਈ ਬਹੁਤਾ ਉਹਦੀ ਸਰੀਰਕ ਜਿਹੜੀ ਅਵਸਥਾ ਬਹੁਤੀ ਸਹੀ ਨਹੀਂ, ਸਰੀਰ ਨਿੱਕਾ ਜਿਹਾ ਹੈ, ਸਰੀਰ ਦੇ ਵਿੱਚ ਕੁੱਬ ਪਿਆ ਹੋਇਆ ਹੈ, ਲੰਗੜਾ ਕੇ ਤੁਰ ਰਿਹਾ ਹੈ। ਕਹਿੰਦੇ ਨੇ ਉਹ ਬਾਲਕ ਨੇ ਕਿਹਾ ਕਿ ਮੈਂ ਰਾਜੇ ਜਨਕ ਦੇ ਪ੍ਰਸ਼ਨ ਦਾ ਜਵਾਬ ਦੇਵਾਂਗਾ। ਅਸ਼ਟਾਕਸ਼ਰ ਉਹਦਾ ਨਾਮ ਵਿਦਵਾਨਾਂ ਨੇ ਮੰਨਿਆ। ਔਰ ਜਦੋਂ ਉਹ ਬਾਲਕ ਰਾਜਨ ਦੀ ਸਭਾ ਦੇ ਵਿੱਚ ਆਇਆ, ਰਾਜੇ ਜਨਕ ਦੀ ਸਭਾ ਦੇ ਵਿੱਚ ਆਇਆ, ਉੱਥੇ ਵੱਡੇ ਵੱਡੇ ਵਿਦਵਾਨ ਸਜੇ ਨੇ, ਵੱਡੇ ਵੱਡੇ ਫਾਜ਼ਲ ਸਜੇ ਨੇ, ਵੱਡੇ ਵੱਡੇ ਵਜ਼ੀਰ ਸਜੇ ਨੇ, ਜਿਹੜੇ ਰਾਜ ਸਭਾ ਦਾ ਸ਼ਿੰਗਾਰ ਮੰਨੇ ਜਾਂਦੇ ਨੇ। ਹੁਣ ਜਦੋਂ ਉਹ ਮਾਮੂਲੀ ਜਿਹਾ ਬਾਲਕ ਆ ਕਰਕੇ ਸਭਾ ਦੇ ਵਿੱਚ ਬੈਠਿਆ ਤੇ ਸਾਰਿਆਂ ਦਾ ਹਾਸਾ ਨਿਕਲ ਗਿਆ। ਕਈ ਵਾਰ ਆਪਾਂ ਵੇਖਦੇ ਹਾਂ ਨਾ ਕਿ ਮਾੜੇ ਬੰਦੇ ਨੂੰ ਵੇਖ ਕੇ ਲੋਕ ਅਕਸਰ ਹੱਸ ਪੈਂਦੇ ਨੇ। ਜਿਨ੍ਹਾਂ ਨੂੰ ਆਪਣੀ ਵਿਦਵਤਾ 'ਤੇ, ਜਿਨ੍ਹਾਂ ਨੂੰ ਆਪਣੇ ਪੈਸੇ ਦੇ ਉੱਤੇ, ਜਿਨ੍ਹਾਂ ਨੂੰ ਆਪਣੀ ਪਹੁੰਚ ਦੇ ਉੱਤੇ ਹੰਕਾਰ ਹੁੰਦਾ ਹੈ, ਗੁਮਾਨ ਹੁੰਦਾ ਹੈ, ਉਹ ਲੋਕ ਅਕਸਰ ਆਪਣੇ ਤੋਂ ਮਾੜੇ ਬੰਦੇ ਨੂੰ, ਆਪਣੇ ਤੋਂ ਨੀਵੇਂ ਬੰਦੇ ਨੂੰ ਵੇਖ ਕੇ ਹੱਸ ਪੈਂਦੇ ਆ। ਪਰ ਇਸੇ ਕਰਕੇ ਮਹਾਤਮਾ ਮਹਾਂਪੁਰਖ ਇਹ ਗੱਲ ਕਿਹਾ ਕਰਦੇ ਆ, ਬੰਦਿਆ ਕਦੇ ਕਿਸੇ ਦੀ ਅਵਸਥਾ ਵੱਲ, ਕਦੇ ਕਿਸੇ ਦੇ ਹਾਲਾਤਾਂ ਨੂੰ ਵੇਖ ਕੇ ਹੱਸ ਨਾ, ਕਿਉਂਕਿ ਹਾਲਾਤ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਹਾਲਾਤ ਕਦੇ ਇੱਕੋ ਜਿਹੇ ਨਹੀਂ ਰਹਿੰਦੇ। ਕਹਿੰਦੇ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਬੀਰਬਲ ਕੋਈ ਇਹੋ ਜਿਹੀ ਚੀਜ਼ ਲਿਖ ਦੇ, ਇੱਕੋ ਸ਼ਬਦ ਐਸਾ ਲਿਖ ਦੇ ਜਿਸ ਸ਼ਬਦ ਦੇ ਨਾਲ ਮੈਂ ਹੱਸ ਵੀ ਪਵਾਂ ਤੇ ਰੋ ਵੀ ਪਵਾਂ। ਤੇ ਬੀਰਬਲ ਨੇ ਅੱਗੋਂ ਕਾਗਜ਼ ਦੇ ਉੱਤੇ ਲਿਖ ਦਿੱਤਾ, ਇਹ ਸਮਾਂ ਸਦਾ ਨਹੀਂ ਰਹੇਗਾ। ਭਾਵ ਜਦੋਂ ਦੁੱਖ ਹੋਵੇ ਤੇ ਬੰਦਾ ਉਦੋਂ ਸੋਚੇ ਕਿ ਇਹ ਦੁੱਖ ਦਾ ਸਮਾਂ ਸਦਾ ਨਹੀਂ ਰਹੇਗਾ, ਤੇ ਬੰਦਾ ਦੁੱਖ ਦੇ ਵਿੱਚ ਪਰੇਸ਼ਾਨ ਨਹੀਂ ਹੁੰਦਾ। ਤੇ ਜਦੋਂ ਸੁੱਖ ਹੋਵੇ, ਖੁਸ਼ੀਆਂ ਹੋਣ, ਖੇੜੇ ਹੋਵੇ, ਤੇ ਉਦੋਂ ਵੀ ਬੰਦਾ ਇਹ ਸੋਚੇ ਕਿ ਇਹ ਸਮਾਂ ਸਦਾ ਨਹੀਂ ਰਹੇਗਾ, ਤੇ ਬੰਦੇ 'ਚ ਹੰਕਾਰ ਨਹੀਂ ਆਉਂਦਾ, ਬੰਦਾ ਹੰਕਾਰ ਦੇ ਹਾਸੇ ਨਹੀਂ ਹੱਸਦਾ। ਖਾਲਸਾ ਜੀ ਜਦੋਂ ਸਭਾ ਦੇ ਵਿੱਚ ਸਾਰੇ ਵਿਦਵਾਨ ਉਸ ਬਾਲਕ ਨੂੰ ਵੇਖ ਕੇ ਹੱਸਣ ਲੱਗ ਪਏ, ਉਹਦੇ ਸਰੀਰ ਨੂੰ ਵੇਖ ਕੇ ਹੱਸਣ ਲੱਗ ਪਏ ਕਿ ਅਸੀਂ ਇਤਨੇ ਵੱਡੇ ਵਿਦਵਾਨ, ਅਸੀਂ ਜਵਾਬ ਦੇ ਨਹੀਂ ਸਕੇ ਤੇ ਇਹ ਰਾਜਾ ਜਨਕ ਦੇ ਪ੍ਰਸ਼ਨ ਦਾ ਜਵਾਬ ਦੇਣ ਦੀਆਂ ਗੱਲਾਂ ਕਰਦਾ। ਸੱਚੀ ਗੱਲ ਹੈ ਕਿ ਜੋ ਅਨੁਭਵੀ ਬਚਨ ਹੁੰਦੇ ਨੇ ਉਹ ਕਿਸੇ ਦੀ ਮਲਕੀਅਤ ਨਹੀਂ ਹੁੰਦੀ, ਗਿਆਨ ਕਿਸੇ ਦੀ ਮਲਕੀਅਤ ਨਹੀਂ ਹੁੰਦਾ। ਹਾਂ, ਕੋਈ ਗ੍ਰੰਥ ਪੜ੍ਹ ਕੇ 4 ਸ਼ਬਦਾਂ ਦਾ ਜਾਲ ਬਣਾਉਣਾ ਸਿੱਖ ਲਵੇ, ਉਹ ਗੱਲ ਵੱਖਰੀ ਹੈ, ਪਰ ਜੋ ਅਨੁਭਵੀ ਗਿਆਨ ਹੈ ਉਹ ਕਿਸੇ ਦੀ ਮਲਕੀਅਤ ਨਹੀਂ। ਦਾਸ ਨੂੰ ਮਹਾਂਪੁਰਖਾਂ ਨੇ ਵੀ ਬਚਨ ਇੱਕ ਸੁਣਾਇਆ ਕਿ ਵੇਖੋ 4 ਕਿਤਾਬਾਂ ਪੜ੍ਹ ਕੇ, 4 ਗ੍ਰੰਥਾਂ ਦਾ ਅਧਿਐਨ ਕਰਕੇ ਇਹ ਕਹਿ ਦੇਣਾ ਮੈਨੂੰ ਗਿਆਨ ਹੋ ਗਿਆ, ਨਹੀਂ। ਗਿਆਨ ਹੋਣਾ ਤੇ ਇਹ ਹੈ ਜਿਹੜਾ ਗਿਆਨ ਕਦੇ ਭਗਤ ਧੰਨਾ ਜੀ ਨੂੰ ਹੋਇਆ, ਗਿਆਨ ਹੋਣਾ ਤੇ ਇਹ ਹੈ ਜਿਹੜਾ ਗਿਆਨ ਕਦੇ ਭਗਤ ਨਾਮਦੇਵ ਜੀ ਨੂੰ ਹੋਇਆ, ਗਿਆਨ ਹੋਣਾ ਤੇ ਇਹ ਹੈ ਜਿਹੜਾ ਗਿਆਨ ਕਦੇ ਭਗਤ ਕਬੀਰ ਜੀ ਨੂੰ, ਭਗਤ ਫਰੀਦ ਜੀ ਨੂੰ ਹੋਇਆ, ਉਹ ਹੈ ਅਸਲੀ ਗਿਆਨ। ਸੋ ਰਹੋ ਵਿਚਾਰ। ਰਾਜਾ ਜਨਕ ਨੇ ਕਿਹਾ ਕਿ ਤੂੰ ਮੇਰੇ ਪ੍ਰਸ਼ਨ ਦਾ ਜਵਾਬ ਦੇ ਸਕਦਾ? ਉਹਨੇ ਕਿਹਾ ਮੈਂ ਜਵਾਬ ਦੇਵਾਂਗਾ, ਪਰ ਮੇਰੀ ਇੱਕ ਸ਼ਰਤ ਹੈ। ਉਹ ਕਹਿਣ ਲੱਗੇ ਸ਼ਰਤ ਕੀ? ਕਹਿੰਦੇ ਜਿਹੜਾ ਜਵਾਬ ਤੁਸੀਂ ਚਾਹੁੰਦੇ ਹੋ, ਜਵਾਬ ਕੇਵਲ ਤੁਸੀਂ ਸਮਝ ਸਕਦੇ ਹੋ, ਤੇ ਮੈਂ ਤੁਹਾਡੇ ਪ੍ਰਸ਼ਨ ਨੂੰ ਸਮਝ ਸਕਦਾ। ਤੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਵੀ ਇਹ ਜਿੰਨੇ ਵੀ ਚਮਾਰ ਇਸ ਸਭਾ ਦੇ ਵਿੱਚ ਬੈਠੇ ਨੇ, ਇਹਨਾਂ ਚਮਾਰਾਂ ਨੂੰ ਬਾਹਰ ਕੱਢ ਦਿਓ।
ਰਾਜਾ ਜਨਕ ਕਹਿਣ ਲੱਗਾ ਇੱਥੇ ਚਮਾਰ ਤਾਂ ਕੋਈ ਵੀ ਨਹੀਂ, ਇਹ ਸਭ ਬ੍ਰਾਹਮਣ ਨੇ। ਉਹ ਬਾਲਕ ਕਹਿਣ ਲੱਗਾ ਮੈਂ ਕਿਸੇ ਦੀ ਜਾਤੀ ਕਰਕੇ ਕਿਸੇ ਨੂੰ ਚਮਾਰ ਨਹੀਂ ਕਿਹਾ, ਮੈਂ ਇਸ ਕਰਕੇ ਚਮਾਰ ਕਹਿ ਰਿਹਾ ਕਿਉਂਕਿ ਜਿਹੜਾ ਬੰਦਾ ਕਿਸੇ ਦੀ ਚਮੜੀ ਵੇਖ ਕੇ ਇਹ ਅੰਦਾਜ਼ਾ ਲਾ ਲਵੇ, ਭਾਵ ਕਿਸੇ ਦੀ ਸਰੀਰ ਨੂੰ ਵੇਖ ਕੇ, ਰੰਗ ਰੂਪ ਨੂੰ ਵੇਖ ਕੇ ਉਹਦੇ 'ਤੇ ਹੱਸਣ ਲੱਗ ਜਾਵੇ, ਚਮੜੀ ਵੇਖ ਕੇ ਹੱਸਣ ਲੱਗ ਜਾਵੇ, ਉਹ ਵੀ ਚਮਾਰ ਤੋਂ ਘੱਟ ਨਹੀਂ। ਸੱਚੀ ਗੱਲ ਹੈ, ਅੱਜ ਵੀ ਪਿਆਰ ਵਾਲਿਓ ਅਕਸਰ ਲੋਕ ਚਮੜੀ ਵੇਖ ਕੇ, ਭਾਵ ਇਨਸਾਨ ਦਾ ਸਰੀਰ ਵੇਖ ਕੇ ਮੁਹੱਬਤ ਕਰਦੇ ਨੇ, ਹਰ ਇੱਕ ਦੀ ਪਹੁੰਚ ਵੇਖ ਕੇ ਉਹਦੇ ਨਾਲ ਪ੍ਰੇਮ ਪਾਉਂਦੇ ਨੇ। ਤਾਂ ਹੀ ਕਰਕੇ ਸਤਿਗੁਰਾਂ ਨੇ ਕਿਹਾ ਕਿ ਸੰਸਾਰ ਦੇ ਵਿੱਚ ਕੋਈ ਪ੍ਰੀਤੀ ਸੱਚੀ ਕਰੇ ਇਹ ਬਹੁਤ ਹੀ ਕਠਿਨ ਹੈ, ਬਹੁਤ ਮੁਸ਼ਕਲ ਹੈ, ਕਿਉਂਕਿ ਸੰਸਾਰ ਦੇ ਵਿੱਚ ਅਕਸਰ ਲੋਕ ਉਹਨਾਂ ਨਾਲ ਪ੍ਰੀਤੀ ਕਰਦੇ ਨੇ, ਉਹਨਾਂ ਨਾਲ ਪ੍ਰੇਮ ਜ਼ਿਆਦਾ ਕਰਦੇ ਨੇ, ਉਹਨਾਂ ਦੀ ਆਓ ਭਗਤ ਜ਼ਿਆਦਾ ਕਰਦੇ ਨੇ ਜਿਨ੍ਹਾਂ ਤੋਂ ਕੋਈ ਮਤਲਬ ਹੋਵੇ, ਜਿਨ੍ਹਾਂ ਤੋਂ ਕੋਈ ਲਾਭ ਹੋਵੇ। ਨਹੀਂ ਤੇ ਅੱਜ ਆਪਾਂ ਵੇਖਦੇ ਹਾਂ ਕਲਯੁੱਗ ਦਾ ਸਮਾਂ ਏ, ਤੇ ਅੱਜ ਦੇ ਸਮੇਂ ਦੇ ਵਿੱਚ ਤੇ ਬੰਦੇ ਕੋਲ ਇੰਨਾ ਸਮਾਂ ਵੀ ਨਹੀਂ ਕਿ ਕੋਈ ਕਿਸੇ ਨੂੰ ਹਾਲ ਚਾਲ ਹੀ ਪੁੱਛ ਲਵੇ, ਕੰਮ ਤੋਂ ਬਿਨਾਂ ਕੋਈ ਕਿਸੇ ਨੂੰ ਬੁਲਾ ਕੇ ਨਹੀਂ ਰਾਜੀ। ਸੋ ਇਹ ਕਲਯੁੱਗ ਦਾ ਪ੍ਰਭਾਵ ਹੈ। ਰਾਜਾ ਜਨਕ ਨੇ ਕਿਹਾ ਕਿ ਤੂੰ ਮੇਰੇ ਪ੍ਰਸ਼ਨ ਦਾ ਜਵਾਬ ਦੇ। ਬਾਲਕ ਨੇ ਕਿਹਾ ਰਾਜਨ ਤੁਸੀਂ ਮੈਨੂੰ ਪ੍ਰਸ਼ਨ ਪੁੱਛੋ। ਰਾਜਨ ਨੇ ਕਿਹਾ ਉਹ ਸੱਚ ਸੀ ਕਿ ਇਹ ਸੱਚ ਹੈ? ਤੇ ਉਹ ਬਾਲਕ ਨੇ ਕੇਵਲ ਇਹ ਉੱਤਰ ਦਿੱਤਾ ਰਾਜਨ ਨਾ ਉਹ ਸੱਚ ਸੀ ਤੇ ਨਾ ਇਹ ਸੱਚ ਹੈ, ਉਹ ਵੀ ਝੂਠ ਸੀ ਤੇ ਇਹ ਵੀ ਝੂਠ ਹੈ। ਰਾਜਨ ਨੇ ਉਹਦੇ ਚਰਨ ਫੜ ਲਏ, ਕਹਿਣ ਲੱਗਾ ਵਾਹ ਮੈਨੂੰ ਮੇਰਾ ਜਵਾਬ ਮਿਲ ਗਿਆ। ਵਿਦਵਾਨ ਕਹਿਣ ਲੱਗੇ ਕਿਹੋ ਜਿਹਾ ਸਵਾਲ ਤੇ ਕਿਹੋ ਜਿਹਾ ਜਵਾਬ, ਸਾਨੂੰ ਤੇ ਕੁਝ ਸਮਝ ਨਹੀਂ ਆਇਆ, ਕੋਈ ਪੱਲੇ ਨਹੀਂ ਪਿਆ, ਸਾਨੂੰ ਸਮਝਾਉਣਾ ਕਰੋ ਰਾਜਨ। ਰਾਜਾ ਜਨਕ ਕਹਿਣ ਲੱਗਾ ਕਿ ਬੀਤੀ ਰਾਤ ਦੀ ਗੱਲ ਹੈ, ਮੈਂ ਰਾਤ ਸੁੱਤਾ ਸੀ, ਸੁਪਨੇ ਦੇ ਵਿੱਚ ਮੈਂ ਇੱਕ ਜੰਗਲ ਦੇ ਵਿੱਚ ਸ਼ਿਕਾਰ ਕਰਨ ਗਿਆ। ਸ਼ਿਕਾਰ ਕਰਦੇ ਕਰਦੇ ਉਸ ਜੰਗਲ ਦੇ ਵਿੱਚ ਮੈਨੂੰ ਇੱਕ ਕੁੱਤਾ ਕੱਟ ਗਿਆ। ਕੁੱਤੇ ਦੇ ਕੱਟਣ ਕਰਕੇ ਮੇਰਾ ਲਹੂ ਵਗ ਰਿਹਾ ਸੀ, ਮੈਂ ਬਹੁਤ ਪੀੜਾ ਦੇ ਵਿੱਚ ਸਾਂ। ਮੈਨੂੰ ਇੱਕ ਪਤਾ ਲੱਗਾ ਦਵਾਖਾਨੇ ਦਾ, ਮੈਂ ਉਸ ਵੈਦ ਕੋਲ ਗਿਆ, ਮੈਂ ਕਿਹਾ ਮੈਨੂੰ ਦਵਾ ਦੇ ਦੇ। ਉਹ ਕਹਿਣ ਲੱਗਾ ਮੈਨੂੰ 2 ਪੈਸੇ ਦੇਂਗਾ ਤੇ ਮੈਂ ਤੈਨੂੰ ਤਾਂ ਦਵਾ ਦੇਵਾਂਗਾ। ਉਹ ਕਹਿਣ ਲੱਗਾ ਮੈਂ ਵੇਖਿਆ ਪਰ ਮੇਰੇ ਕੋਲ 2 ਪੈਸੇ ਵੀ ਨਹੀਂ ਸਨ। ਰਾਜਾ ਜਨਕ ਕਹਿਣ ਲੱਗਾ ਮੈਂ ਉਸ ਵੈਦ ਨੂੰ ਕਿਹਾ ਕਿ ਮੈਂ ਰਾਜਾ ਹਾਂ, ਮੈਂ ਰਾਜਾ ਜਨਕ ਹਾਂ, ਮੇਰਾ ਇਲਾਜ ਕਰ ਦੇ, ਮੈਂ ਤੈਨੂੰ ਸਮਾਂ ਆਉਣ 'ਤੇ ਇਸ ਤੋਂ ਵੱਧ ਕੀਮਤ ਮੋੜ ਦਿਆਂਗਾ। ਉਹ ਕਹਿਣ ਲੱਗਾ ਨਹੀਂ ਮੈਨੂੰ ਵੱਧ ਕੀਮਤ ਨਹੀਂ, ਮੈਨੂੰ ਕੇਵਲ 2 ਪੈਸੇ ਚਾਹੀਦੇ ਨੇ। ਰਾਜਾ ਜਨਕ ਕਹਿਣ ਲੱਗਾ ਕਿ ਮੈਂ ਆਪਣੀ ਪਹਿਚਾਣ ਵੀ ਉਸ ਨੂੰ ਦੱਸੀ, ਪਰੰਤੂ ਉਹਨੇ ਮੇਰੀ ਕੋਈ ਮਦਦ ਨਾ ਕੀਤੀ। ਉਹਨੇ ਕਿਹਾ ਜਾ ਰਾਜਾ ਜਾ ਕੇ ਪੈਸੇ ਮੰਗ ਲਿਆ ਤੇ ਤੇਰਾ ਮੈਂ ਇਲਾਜ ਕਰ ਦਿਆਂਗਾ। ਰਾਜਾ ਜਨਕ ਕਹਿਣ ਲੱਗਾ ਮੈਂ ਸੁਪਨੇ ਦੇ ਵਿੱਚ ਘਰ ਘਰ ਬੂਹਾ ਖੜਕਾਇਆ, ਮੈਂ ਸਾਰਿਆਂ ਤੋਂ ਪੈਸੇ ਮੰਗੇ ਪਰ ਕਿਸੇ ਨੇ ਵੀ ਮੇਰੀ ਬਾਤ ਨਹੀਂ ਪੁੱਛੀ, ਕਿਸੇ ਨੇ ਮੇਰੀ ਬਾਹ ਨਾ ਫੜੀ, ਕਿਸੇ ਨੇ ਵੀ ਮੈਨੂੰ 2 ਪੈਸੇ ਨਾ ਦਿੱਤੇ। ਤੇ ਇੱਕ ਅਚਾਨਕ ਇੱਕ ਬਜ਼ੁਰਗ ਮਾਈ ਮੇਰੇ ਸਾਹਮਣੇ ਆਈ, ਮੈਂ ਉਸ ਨੂੰ ਕਿਹਾ ਕਿ ਕੀ ਮੈਨੂੰ 2 ਪੈਸੇ ਦੇ ਸਕਦੀ ਹੈ? ਕਹਿਣ ਲੱਗਾ ਉਹਨੇ ਮੈਨੂੰ ਪੈਸੇ ਦੇ ਦਿੱਤੇ, ਪਰੰਤੂ ਜਦੋਂ ਮੈਨੂੰ ਉਸਨੇ 2 ਪੈਸੇ ਪਕੜਾਏ ਤੇ ਮੇਰੀ ਜਾਗ ਖੁੱਲ੍ਹ ਗਈ। ਤੇ ਮੇਰੀ ਜਦੋਂ ਜਾਗ ਖੁੱਲ੍ਹੀ ਮੈਂ ਵੇਖਿਆ ਕਿ ਇਹ ਤਾਂ ਸੁਪਨਾ ਸੀ, ਪਰ ਸੁਪਨੇ ਦੇ ਵਿੱਚ ਮੈਂ ਭਿਖਾਰੀ ਦੀ ਤਰ੍ਹਾਂ 2 ਪੈਸੇ ਦਰ ਤੋਂ ਮੰਗ ਰਿਹਾ ਸਾਂ। ਜਦੋਂ ਮੇਰੀ ਜਾਗ ਖੁੱਲ੍ਹੀ ਤੇ ਮੈਂ ਰਾਜਾ ਜਨਕ ਹੋ ਕੇ ਨਿਕਲਿਆ। ਬਸ ਮੈਂ ਇਹੋ ਪੁੱਛਣਾ ਚਾਹੁੰਦਾ ਸੀ ਕਿ ਜਿਹੜਾ ਭਿਖਾਰੀ ਮੈਂ ਸੁਪਨੇ ਦੇ ਵਿੱਚ ਬਣਿਆ ਸਾਂ, ਕੀ ਉਹ ਭਿਖਾਰੀ ਸੱਚ ਸੀ ਕਿ ਜਿਹੜਾ ਮੈਂ ਇਹ ਜੀਵਨ ਰਾਜੇ ਵਾਲਾ ਜੀ ਰਿਹਾ, ਕਿ ਇਹ ਰਾਜੇ ਵਾਲਾ ਜੀਵਨ ਸੱਚ ਹੈ? ਪਰੰਤੂ ਇਸ ਬਾਲਕ ਨੇ ਬਹੁਤ ਸੋਹਣਾ ਜਵਾਬ ਦਿੱਤਾ ਕਿ ਨਾ ਤੇ ਤੇਰਾ ਸੁਪਨਾ ਸੱਚ ਸੀ ਤੇ ਨਾ ਹੀ ਤੇਰਾ ਇਹ ਰਾਜੇ ਵਾਲਾ ਜੀਵਨ ਸੱਚ ਹੈ। ਕਿਉਂਕਿ ਸੁਪਨਾ ਜੋ ਆਪਾਂ ਨੀਂਦ ਵਿੱਚ ਲੈਂਦੇ ਹਾਂ ਉਹ ਕੁਝ ਪਲ ਦੀ ਘੜੀਆਂ ਦਾ ਮੁਹਤਾਜ ਹੈ, ਕੁਝ ਪਲ ਸਾਡੀਆਂ ਅੱਖਾਂ ਸਾਹਮਣੇ ਆਉਂਦਾ, ਅਸੀਂ ਉਹਨੂੰ ਸੱਚ ਕਰਕੇ ਮੰਨਦੇ ਹਾਂ। ਤੇ ਇਹ ਜੋ ਜੀਵਨ ਹੈ ਖਾਲਸਾ ਜੀ, ਇਹ ਵੀ ਇੱਕ ਸੁਪਨਾ ਹੈ, ਜਿਸ ਸੁਪਨੇ ਨੂੰ ਅਸੀਂ ਸੱਚ ਕਰਕੇ ਮੰਨ ਚੁੱਕੇ ਹਾਂ। ਇਹ ਵੀ ਝੂਠ ਹੈ ਤੇ ਜੋ ਸੁਪਨੇ ਵਿੱਚ ਅਸੀਂ ਸਾਰੇ ਵੇਖਦੇ ਹਾਂ ਉਹ ਵੀ ਝੂਠ ਹੈ। ਰਾਜਨ ਨੇ ਇਹ ਸਪਸ਼ਟ ਕੀਤਾ ਕਿ ਜੋ ਮੈਂ ਸੁਪਨੇ 'ਚ ਵੇਖਿਆ ਉਹ ਵੀ ਝੂਠ ਸੀ ਤੇ ਜੋ ਮੈਂ ਅੱਜ ਜੀ ਰਿਹਾ ਇਹ ਵੀ ਝੂਠ ਹੈ। ਇੱਥੋਂ ਸਿੱਖਿਆ ਇਹ ਮਿਲਦੀ ਹੈ ਕਿ ਜੋ ਆਪਾਂ ਜੀਵਨ ਸੰਸਾਰ ਦੇ ਵਿੱਚ ਬਤੀਤ ਕਰਦੇ ਹਾਂ, ਕਈ ਵਾਰ ਹੰਕਾਰ ਹੋ ਜਾਂਦਾ ਹੈ, ਆਪਣੀ ਪਹੁੰਚ ਦੇ ਉੱਤੇ ਹੰਕਾਰ ਹੋ ਜਾਂਦਾ ਹੈ, ਆਪਣੀ ਧਨ ਦੇ ਉੱਤੇ, ਜਾਇਦਾਦ ਦੇ ਉੱਤੇ, ਆਪਣੀ ਮਾਇਆ ਦੇ ਉੱਤੇ, ਆਪਣੀ ਵਿਦਵਤਾ ਦੇ ਉੱਤੇ ਹੰਕਾਰ ਨਿੱਕੇ ਜਿਹੇ ਕਿਣਕੇ ਦਾ ਵੀ ਹੋ ਸਕਦਾ ਹੈ, ਹੰਕਾਰ ਤਣ ਦੇ ਉੱਤੇ ਪਾਏ ਵਸਤਰਾਂ ਦਾ ਵੀ ਹੋ ਸਕਦਾ ਹੈ,
परंतु ये हंकार एक बहुत वड्डी कंध है परमात्मा तो विछोड़े दी। सो सतगुरां ने सतगुरु गुरु तेग बहादुर सच्चे पातशाह ने भी अपनी बाणी च कहा कि ज्यों सुपना अरपेखना ऐसे जग को जान, कि जिवें तैनूं रात नूं सुपना आउंदा है पर जदों तेरी जाग खुलदी है तो सुपना टुट जाता है, तो तैनूं इंज लगदा है कि वो तो झूठ सी, सच ये है। पर गुरु तेग बहादुर साहब महाराज कहंदे, गुरु क्या सिखा, ना तेरा सुपना सच सी ते ना तेरा ये वाला जीवन सच है। इसे करके महाराज ने कहा, जाग लेहो रे मना जाग लेहो, कहाँ गाफल सोया, जो तन उपजिया संग ही सो भी संग ना होया। कि ऐ मना मूर्खा जाग, कित्थे तू मोह दी निंदर दे विच सुता है, कित्थे तू कह रहा है कि मेरे सकी संबंधी मेरा साथ देणगे, ये धन मेरा साथ देवेगा। नहीं नहीं, बल्कि जेड़ा शरीर जेड़ा तन जन्म तो तेरे नाल है, जन्म तो तेरा साथ निभा रहा है, अंत वेले ते इस शरीर ने भी तेरा साथ छड़ जाना है। प्राणी परम पुरख पग लागो, सोवत कहा मोह निंदरा मैं, कबहू चित वै जागो। किते सुचेत होके जाग, हंबला मार परमात्मा दी भगती दा, क्योंकि संसार दे विच जेकर कोई नाश तो रहत है, जिहदा कोई नाश नहीं कर सकदा, परमात्मा ही है जो जुगो जुग अटल है। ते तू उहनूं गलवकड़ी पा जेड़ा परमात्मा जुगो जुग अटल है। सो धन गुरु गोबिंद सिंह महाराज सच्चे पातशाह बचन करते हैं कि आद पुरख अवगत अविनाशी। आद तो भाव ਉਹ ਅਕਾਲ ਪੁਰਖ ਵਾਹਿਗੁਰੂ परमात्मा आद सच है, ਸਾਰਿਆਂ ਦਾ ਮੁੱਢ ਹੈ, ਸਾਰਿਆਂ ਦਾ ਆਦ ਹੈ। ਪੁਰਖ ਤੋਂ ਭਾਵ ਸਾਰਿਆਂ ਨੂੰ ਸਾਜਣ ਵਾਲਾ ਹੈ ਔਰ ਸਾਜ ਕੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਅਵਗਤ ਤੋਂ ਭਾਵ ਉਸ परमात्मा ਅਕਾਲ ਪੁਰਖ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ। परमात्मा ਅਕਾਲ ਪੁਰਖ ਵਾਹਿਗੁਰੂ ਅਰੂਪ ਹੈ ਔਰ ਰੂਪਾਂ ਵਿੱਚ ਨਹੀਂ ਆਉਂਦਾ। ਹਾਂ, पर रूप वाला कोई जतन करे तो उस अरूप नूं तक जरूर सकदा है, उस अरूप दे उस परमात्मा दे दर्शन जरूर कर सकदा है। अविनाशी तो भाव वो अकाल पुरख वाहिगुरू परमात्मा नाश तो रहत है। खालसा जी मैं बेनती की कि जे रूप वाला जतन करे तो उस अरूप नूं दर तक जरूर सकदा है, उस अरूप दे उस परमात्मा दे दर्शन जरूर कर सकदा है। पर अक्सर ਅੱਜ ਦੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਇਨਸਾਨ ਅਕਸਰ ਇਹ ਗੱਲ ਕਰਦਾ ਕਿ ਸਬੂਤ ਲਿਆਓ ਪਰਮਾਤਮਾ ਕਿੱਥੇ ਹੈ, ਮੈਨੂੰ ਇਹ ਸਿੱਧ ਕਰਕੇ ਵਿਖਾਓ ਪਰਮਾਤਮਾ ਕਿੱਥੇ ਹੈ, ਪਰਮਾਤਮਾ ਦੀ ਹਸਤੀ ਕਿੱਥੇ ਹੈ। ਪਰਮਾਤਮਾ ਦੀ ਹਸਤੀ ਦੇ ਉੱਤੇ ਇਨਸਾਨ ਸ਼ੱਕ ਕਰਦਾ ਹੈ। ਪਰੰਤੂ ਇੱਕ ਵਿਦਵਾਨ ਨੇ ਕਿਹਾ ਕਿ ਜੇਕਰ ਗੁਲਾਬ ਦਾ ਫੁੱਲ ਇਹ ਸ਼ੱਕ ਕਰੇ ਕਿ ਟਾਹਣੀ ਦੀ ਕੋਈ ਹਸਤੀ ਨਹੀਂ, ਟਾਹਣੀ ਦੀ ਹਸਤੀ ਦਾ ਸਬੂਤ ਦਿਓ, तो वह कहण लगे टाणी दी हस्ती का सबूत खुद गुलाब का फुल ही हुंदा है। सो इंसान अज परमात्मा की हस्ती का सबूत मंगदा है, परंतु परमात्मा की हस्ती का सब तो वड्डा सबूत तो खुद ये इंसान है, खुद ये जीव आत्मा है। क्योंकि जे इंसान है तो सच जानो इंसान नूं साजण वाला भगवान भी है। जे इंसान नहीं तो फिर खालसा जी भगवान इस तरह संसार दे तख्ते दे उत्ते नहीं, क्योंकि भगवान ने ही इंसान नूं साजिया है। इंसान है क्योंकि इंसान नूं भगवान ने साजिया है। संसार है क्योंकि संसार नूं निरंकार ने साजिया है। सो सतगुरु कहंदे ओ अकाल पुरख वाहिगुरू परमात्मा नाश तो रहत है, अरूप है, रूपां विच नहीं आउंदा। ओ परमात्मा अकाल पुरख वाहिगुरू कुल कायनात दे विच रमिया होया है, सर्व व्यापक है। और अगे धन गुरु गोबिंद सिंह महाराज सच्चे पातशाह बचन करते ने, लोक चतुर्दश जोत प्रकाशी। पुरातन समय दे विच वैदिक ग्रंथां अनुसार इस ब्रह्मंड दे विच 14 लोक मन्ने गए ने। चतुर्दश तो भाव 14 लोक, चतुर तो भाव 4, 10 तो भाव 10, 10 जमा चतुर भाव के 14 लोक संसार ते ब्रह्मंड ते मन्ने गए ने। 14 लोक उन्हां नूं कहा गया कि 7 ते आकाश लोक ते 7 पाताल लोक। 7 वो जिहड़े पृथ्वी तो उतां वसदे ने ते 7 लोक वो जिहड़े पृथ्वी तो हेठां वसदे ने। 7 आकाश लोक ते 7 पाताल लोक। ते बहुत ही इन्हां दा प्रचार पुरातन समय दे विच रहा। पर सतगुरु गुरु गोबिंद सिंह महाराज सच्चे पातशाह कहंदे कि ब्रह्मंड दे विच संसार दे तख्ते दे विच ऐसी कोई जगह नहीं जिथे परमात्मा ना रमिया होवे, बल्कि
14 ਲੋਕਾਂ ਦੇ ਵਿੱਚ ਵੀ ਉਸ ਪ੍ਰਮਾਤਮਾ ਦੀ ਜੋਤ ਪ੍ਰਕਾਸ਼ਮਾਨ ਕਰ ਰਹੀ ਹੈ। ਇਸ ਕਰਕੇ ਇਹ ਲੋਕੋ ਉਸ ਪ੍ਰਮਾਤਮਾ ਦੇ ਗੀਤ ਗਾਓ, ਪ੍ਰਮਾਤਮਾ ਦੀ ਉਸਤਤ ਕਰੋ, ਪ੍ਰਮਾਤਮਾ ਦੇ ਨਾਲ ਜੁੜਨਾ ਕਰੋ। 14 ਲੋਕਾਂ ਦੇ ਵਿੱਚ ਹੀ ਉਹ ਰਮਿਆ ਹੋਇਆ ਹੈ। ਵਿਚਾਰ ਸਾਗਰ ਦੇ ਵਿੱਚ ਖਾਲਸਾ ਜੀ ਵਿਦਵਾਨਾਂ ਨੇ 14 ਲੋਕਾਂ ਦਾ ਜ਼ਿਕਰ ਵੀ ਕੀਤਾ ਕਿ 7 ਜਿਹੜੇ ਆਕਾਸ਼ ਲੋਕ ਨੇ ਤੇ 7 ਜਿਹੜੇ ਪਤਾਲ ਲੋਕ ਨੇ। 7 ਪਤਾਲ ਲੋਕਾਂ ਬਾਰੇ ਉਹਨਾਂ ਨੇ ਦੱਸਿਆ ਕਿ ਭੂਤ ਲੋਕ, ਭਵਰ ਲੋਕ, ਮਵਰ ਲੋਕ, ਮਹਿਰ ਲੋਕ, ਜਨ ਲੋਕ, ਤਪ ਲੋਕ ਤੇ 7 ਲੋਕ। ਇਹ ਪਤਾਲ ਲੋਕ ਤੇ 7 ਆਕਾਸ਼ ਲੋਕ ਨੇ। ਅਤਲ ਲੋਕ, ਸੁਤਲ ਲੋਕ, ਪਤਾਲ ਲੋਕ, ਵਿਤਲ ਲੋਕ, ਰਸਾਤਲ ਲੋਕ, ਤਲਾਤਲ ਲੋਕ, ਮਹਾਤਲ ਲੋਕ। ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਨਾਮ ਸਾਹਮਣੇ ਵਿਚਾਰ ਸਾਗਰ ਦੇ ਵਿੱਚ ਆਉਂਦਾ। ਇਹ ਜਿਹੜੇ 7 ਪਤਾਲ ਲੋਕ ਤੇ 7 ਆਕਾਸ਼ ਲੋਕ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਲੋਕ ਚਤੁਰਦਸ ਜੋਤ ਪ੍ਰਕਾਸ਼ੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ 14 ਲੋਕਾਂ ਦੇ ਵਿੱਚ ਰਮਿਆ ਹੋਇਆ ਹੈ। ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਪਰਮਾਤਮਾ ਦੀ ਹੀ ਜੋਤ ਦਾ ਹਰ ਜਗ੍ਹਾ ਲਿਸ਼ਕਾਰਾ ਵੱਜ ਰਿਹਾ ਹੈ। ਹਰ ਜਗ੍ਹਾ ਪਰਮਾਤਮਾ ਦੀ ਜੋਤ ਪ੍ਰਕਾਸ਼ਮਾਨ ਹੈ। ਪਰਮਾਤਮਾ ਦੀ ਜੋਤ ਦੇ ਨਾਲ ਹੀ ਹਰ ਜਗ੍ਹਾ ਖਾਲਸਾ ਜੀ ਜੋ ਸੰਸਾਰ ਦੇ ਵਿੱਚ ਚਾਨਣ ਮੁਨਾਰਾ ਹੋ ਰਿਹਾ ਹੈ। 14 ਲੋਕਾਂ ਦਾ ਜ਼ਿਕਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਰਦੇ ਨੇ ਕਿ 4 ਕੁੰਟ 14 ਭਵਨ ਸਗਲ ਵਿਆਪਤ ਰਾਮ। ਕਹਿੰਦੇ ਨੇ 14 ਭਵਨਾਂ ਦੇ ਵਿੱਚ, 14 ਲੋਕਾਂ ਦੇ ਵਿੱਚ ਉਹ ਰਾਮ ਆਪ ਰਮਿਆ ਹੈ। ਸਾਰੇ ਭਵਨ ਦੇ ਵਿੱਚ, ਬ੍ਰਹਮੰਡ ਦੇ ਭਵਨ ਦੇ ਵਿੱਚ ਉਹ ਅਕਾਲ ਪੁਰਖ ਰਮਿਆ ਹੈ। ਮੈਂ ਇੱਕ ਬੇਨਤੀ ਕਰਾਂ ਕਿ ਕਈ ਵਾਰ ਮਨ ਦੇ ਵਿੱਚ ਆਉਂਦਾ ਕਿ ਜੇ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ, ਹਰ ਜਗ੍ਹਾ ਰਮਿਆ ਹੈ, ਤੇ ਫਿਰ ਨਜ਼ਰ ਕਿਉਂ ਨਹੀਂ ਆਉਂਦਾ। ਇੱਕ ਇਤਿਹਾਸਕ ਝਲਕ ਆਪ ਜੀ ਦੇ ਸਨਮੁਖ ਰੱਖਾਂ ਕਿ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਪ੍ਰਸ਼ਨ ਕਰਦੇ ਨੇ, ਪਾਤਸ਼ਾਹ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੇਕਰ ਹਰ ਜਗ੍ਹਾ ਰਮਿਆ ਹੈ ਫਿਰ ਨਜ਼ਰ ਕਿਉਂ ਨਹੀਂ ਆਉਂਦਾ, ਦਿਸਦਾ ਕਿਉਂ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮਰਦਾਨਾ ਜੀ ਰਬਾਬ ਬਹੁਤ ਸੋਹਣੀ ਵਜਾਉਂਦੇ ਹੋ। ਜਦੋਂ ਰਬਾਬ ਵਜਾਉਂਦੇ ਹੋ ਜਰਾ ਇਹ ਦੱਸੋ ਕਿ ਇਹਨਾਂ ਦੀ ਤਾਰਾਂ ਦੇ ਉੱਤੇ ਕੋਈ ਨਿਸ਼ਾਨੀ ਹੈ ਕਿ ਇਹ ਤਾਰ ਨੂੰ ਹਿਲਾਓਗੇ ਤੇ ਰਾਗ ਆਸਾ ਪ੍ਰਗਟ ਹੋਵੇਗਾ, ਇਸ ਤਾਰ ਨੂੰ ਹਿਲਾਓਗੇ ਤੇ ਰਾਗ ਗੂਜਰੀ ਪ੍ਰਗਟ ਹੋਵੇਗਾ, ਤੀਸਰੀ ਤਾਰ ਨੂੰ ਹਿਲਾਓਗੇ ਤੇ ਰਾਗ ਸ੍ਰੀ ਰਾਗ ਪ੍ਰਗਟ ਹੋਵੇਗਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਨਹੀਂ, ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਫਿਰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਗੀਤ ਕਿਵੇਂ ਗਾਉਂਦੇ ਹੋ, ਰਾਗ ਕਿਵੇਂ ਪ੍ਰਗਟ ਕਰਦੇ ਹੋ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਤੁਸਾਂ ਦੀ ਕਿਰਪਾ ਦੇ ਨਾਲ, ਆਪ ਦੀ ਰਹਿਮਤ ਦੇ ਨਾਲ ਜਦੋਂ ਨੇਤਰ ਬੰਦ ਕਰਕੇ ਸੰਗੀਤ ਨੂੰ ਸੁਣਦਾ, ਸੰਗੀਤ ਨੂੰ ਸੁਣ ਕਰਕੇ ਜਦੋਂ ਸੁਰ ਗਿਆਨ ਹੁੰਦਾ ਹੈ, ਬਸ ਜਦੋਂ ਸੁਰ ਗਿਆਨ ਹੁੰਦਾ ਪਾਤਸ਼ਾਹ ਤੰਤੀ ਸਾਜ਼ਾਂ ਦੇ ਵਿੱਚੋਂ ਉਦੋਂ ਹੀ ਰਾਗ ਪ੍ਰਗਟ ਹੁੰਦਾ। ਸਤਿਗੁਰੂ ਕਹਿਣ ਲੱਗੇ, ਬਸ ਭਾਈ ਮਰਦਾਨਿਆ, ਇਸੇ ਤਰ੍ਹਾਂ ਜਦੋਂ ਨੇਤਰ ਬੰਦ ਕਰਕੇ ਅੰਤਰ ਧਿਆਨ ਹੋ ਕੇ ਸਿਮਰਨ ਕਰਾਂਗੇ, ਸਿਮਰਨ ਕਰਕੇ ਉਸ ਵਾਹਿਗੁਰੂ ਗੁਰਮੰਤਰ ਦੀ ਧੁਨੀ ਨੂੰ ਸੁਣਾਂਗੇ, ਤੇ ਜਦੋਂ ਵਾਹਿਗੁਰੂ ਗੁਰਮੰਤਰ ਦੀ ਧੁਨੀ ਨੂੰ ਸੁਣਾਂਗੇ ਤੇ ਅੰਦਰੋਂ ਫਿਰ ਪ੍ਰਮਾਤਮਾ ਦੀ ਜੋਤ ਪ੍ਰਗਟ ਜ਼ਰੂਰ ਹੋਵੇਗੀ। ਤਾਂ ਹੀ ਕਰਕੇ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਬਚਨ ਕੀਤੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਕਿ ਪ੍ਰਮਾਤਮਾ ਨੂੰ ਗਾਇਆ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਇਆ ਕਰ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰ। ਕਿਉਂਕਿ ਵਾਹਿਗੁਰੂ ਗੁਰਮੰਤਰ ਦਾ ਜਾਪ ਕੀਤਿਆਂ ਹੀ ਉਹਦੀ ਜੋਤ ਨਜ਼ਰ ਆਵੇਗੀ। ਤੇ ਜੇਕਰ ਇਹ ਪ੍ਰਸ਼ਨ ਕਰੀਏ ਪਾਤਸ਼ਾਹ ਕਿਵੇਂ ਸਿਮਰਨ ਕਰੀਏ, ਕਿਉਂਕਿ ਜ਼ਿਆਦਾਤਰ ਪ੍ਰਸ਼ਨ ਹੁੰਦਾ ਹੈ ਸਿਮਰਨ ਕਿਵੇਂ ਕਰੀਏ, ਬਾਣੀ ਕਿਵੇਂ ਪੜ੍ਹੀਏ। ਮਹਾਰਾਜ ਕਹਿੰਦੇ ਸਿਮਰਨ ਇਸ ਤਰ੍ਹਾਂ ਕਰ, ਉਸ ਨੂੰ ਹਾਜ਼ਰ ਨਾਜ਼ਰ ਜਾਣ ਕੇ, ਨੇਤਰ ਬੰਦ ਕਰਕੇ, ਚੌਂਕੜਾ ਲਾ ਕੇ ਰੋਜ਼ਾਨਾ ਉਹਨੂੰ ਗਾਇਆ ਕਰ। ਗਾਵੀਐ, ਫਿਰ ਜੋ ਗਾਇਆ ਹੈ ਕੁਝ ਪਲ ਨੇਤਰ ਬੰਦ ਕਰਕੇ ਅੰਤਰ ਧਿਆਨ ਹੋ ਕਰਕੇ ਉਹਨੂੰ ਸੁਣਿਆ ਕਰ, ਸੁਣੀਐ। ਔਰ ਫਿਰ ਤੀਸਰਾ ਸੁਣਿਆ ਇਸ ਤਰ੍ਹਾਂ ਕਰਕੇ ਮਨ ਦੇ ਵਿੱਚ ਭਾਵਨਾ ਬਣਾਇਆ ਕਰ, ਕਿਉਂਕਿ ਭਾਵਨਾ ਤੋਂ ਬਿਨਾਂ ਪ੍ਰਮਾਤਮਾ ਦੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਭਾਵਨੀ ਸਾਧ ਸੰਗੇਣ ਲਭੰਤੰ, ਕਿ ਭਾਵਨਾ ਦੇ ਨਾਲ ਹੀ ਸੰਗਤ ਦੇ ਵਿੱਚੋਂ ਰੱਬ ਮਿਲਦਾ। ਜੇ ਭਾਵਨਾ ਭਗਤ ਨਾਮਦੇਵ ਜੀ ਨੇ ਬਣਾਈ ਤੇ ਖਾਲਸਾ ਜੀ ਰੱਬ ਪ੍ਰਗਟ ਹੋਇਆ। ਜੇ ਭਾਵਨਾ ਭਗਤ ਧੰਨਾ ਜੀ ਨੇ ਬਣਾਈ ਤੇ ਪਰਮਾਤਮਾ ਪ੍ਰਗਟ ਹੋਇਆ। ਤਾਂ ਹੀ ਸਤਿਗੁਰਾਂ ਨੇ ਕਿਹਾ, ਇਹ ਬਿਦ ਸੁਣ ਕੇ ਜਾ ਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ,
ਕਿ ਜੇ ਭਾਵਨਾ ਪ੍ਰੇਮਾ ਭਗਤੀ ਦੀਆਂ ਗੱਲਾਂ ਸੁਣ ਕੇ ਭਗਤ ਧੰਨਾ ਜੀ ਨੇ ਭਗਤੀ ਕੀਤੀ ਤੇ ਪਰਮਾਤਮਾ ਨੇ ਉਹਨਾਂ ਦੀ ਵੀ ਭਾਵਨਾ ਨੂੰ ਭਾਗ ਲਾਏ।